ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਬੀਬੀ ਗੁਰਕਿਰਪਾਲ ਕੌਰ ਗੁਰੂ ਘਰ ਦੀ ਬੜੀ ਹੀ ਪ੍ਰੇਮਣ ਸੀ। ਉਸ ਦੇ ਮਾਤਾ ਪਿਤਾ ਉਸ ਨੂੰ ਬਚਪਨ ਤੋਂ ਹੀ ਗੁਰੂ ਘਰ ਲੈ ਕੇ ਆਉਂਦੇ ਸਨ। ਉਹ ਗੁਰੂ ਘਰ ਦੇ ਬੜੇ ਪੱਕੇ ਸਿੱਖ ਸਨ। ਬੀਬੀ ਗੁਰਕਿਰਪਾਲ ਕੌਰ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਤੇ ਬੀਬੀ ਇਕੱਲੀ ਰਹਿ ਜਾਂਦੀ ਹੈ। ਇੱਕ ਦਿਨ ਉਸ ਦਾ ਚਾਚਾ ਉਸ ਨੂੰ ਗੁਰੂ ਬੇਮੁਖਾਂ ਦੇ ਘਰ ਵਿਆਹ ਦਿੰਦਾ ਹੈ। ਉਸ ਨਾਲ ਧੋਖਾ ਹੁੰਦਾ ਹੈ। ਬੀਬੀ ਜਦੋਂ ਸਹੁਰੇ ਘਰ ਜਾਂਦੀ ਹੈ ਤਾਂ ਬੜਾ ਪਛਤਾਉਂਦੀ ਹੈ, ਕਿਉਂਕਿ ਉਸ ਦਾ ਸਹੁਰਾ ਪਰਿਵਾਰ ਸਿੱਖ ਧਰਮ ਨੂੰ ਮੰਨਦਾ ਨਹੀਂ ਸੀ। ਉਹ ਉਸ ਨੂੰ ਪਾਠ ਨਹੀਂ ਕਰਨ ਦਿੰਦੇ ਸਨ। ਉਸ ਨੂੰ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਣ ਨਹੀਂ ਦਿੰਦੇ ਸਨ। ਬੀਬੀ ਘਰ ਦਾ ਸਾਰਾ ਕੰਮ ਕਰਦੀ, ਕਿਸੇ ਨੂੰ ਮੰਦਾ ਨਾ ਬੋਲਦੀ, ਸਿਮਰਨ ਕਰਦੀ ਰਹਿੰਦੀ, ਸਾਰਿਆਂ ਦੇ ਸੁੱਖਾਂ ਦਾ ਖਿਆਲ ਰੱਖਦੀ। ਪਰ ਇੱਕ ਦਿਨ ਉਸ ਨੂੰ ਆਪਣੀ ਆਤਮਾ ਦਾ ਖਿਆਲ ਆਇਆ ਕਿ ਮੈਨੂੰ ਗੁਰੂ ਜੀ ਦੇ ਦਰਸ਼ਨ ਦੀਦਾਰੇ ਕੀਤਿਆਂ ਨੂੰ ਬਹੁਤ ਚਿਰ ਹੋ ਗਿਆ। ਦੁਖੀ ਹੋ ਕੇ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਘਰੋਂ ਨਿਕਲ ਜਾਂਦੀ ਹੈ, ਕਿਉਂਕਿ ਘਰਦਿਆਂ ਨੇ ਤਾਂ ਮੰਨਣਾ ਹੀ ਨਹੀਂ ਸੀ। ਜਾਂਦੀ ਹੈ ਤਾਂ ਰਸਤੇ ਵਿੱਚ ਨਦੀ ਆਉਂਦੀ ਹੈ। ਕੱਪੜਿਆਂ ਦੀ ਗੱਠ ਬਣ ਕੇ ਸਿਰ ਤੇ ਰੱਖ ਲੈਂਦੀ ਹੈ ਤੇ ਨਦੀ ਹੌਲੀ ਹੌਲੀ ਪਾਰ ਕਰ ਜਾਂਦੀ ਹੈ। ਠੰਡੀ ਸੀਤ ਨਦੀ, ਸਰਦੀ ਦਾ ਮਹੀਨਾ ਸੀ। ਪਾਲੇ ਨਾਲ ਠੁਰ ਠੁਰ ਕਰਦੀ ਹੋਈ ਇੱਕ ਸ਼ਿਲਾ ਤੇ ਜਾ ਕੇ ਬੈਠ ਜਾਂਦੀ ਹੈ ਤੇ ਉੱਥੇ ਸੋਚਾਂ ਸੋਚਦੀ ਹੈ ਕਿ ਗੁਰੂ ਜੀ ਮੈਨੂੰ ਕੁਛ ਕਹਿਣਗੇ ਤਾਂ ਨਹੀਂ। ਮੈਨੂੰ ਇਹ ਤਾਂ ਨਾ ਕਹਿਣਗੇ ਕਿ ਪਹਿਲਾਂ ਤੂੰ ਆਪਣੇ ਘਰਦਿਆਂ ਨੂੰ ਮਨਾਉਂਦੀ ਫਿਰ ਆਉਂਦੀ। ਫਿਰ ਉਹ ਆਪਣੇ ਪਿਤਾ ਮਾਤਾ ਨੂੰ ਯਾਦ ਕਰਦੀ ਹੋਈ ਵਿਰਲਾਪ ਕਰਦੀ ਹੈ। ਫਿਰ ਉਸ ਦਾ ਦਿਲ ਕਹਿੰਦਾ ਹੈ, ਮਾਏ, ਜੇ ਤੂੰ ਮੈਨੂੰ ਇੱਦਾਂ ਹੀ ਛੱਡ ਕੇ ਜਾਣੀ ਸੀ ਤਾਂ ਮੈਨੂੰ ਬਚਪਨ ਤੋਂ ਸਿੱਖੀ ਦੀ ਗੁੜਤੀ ਨਾ ਦਿੰਦੀ। ਇਸ ਤਰ੍ਹਾਂ ਉਹ ਆਪਣੇ ਮਾਤਾ ਪਿਤਾ ਨੂੰ ਬਹੁਤ ਯਾਦ ਕਰਦੀ ਹੈ ਕਿ ਪਿਤਾ ਜੀ, ਅੱਗੇ ਤਾਂ ਤੁਸੀਂ ਮੈਨੂੰ ਗੁਰੂ ਜੀ ਦੇ ਦਰਸ਼ਨ ਆਪ ਕਰਵਾਉਂਦੇ ਸਨ। ਹੁਣ ਤਾਂ ਜਦੋਂ ਦੀ ਮੈਂ ਸਹੁਰੇ ਘਰ ਗਈ ਹਾਂ, ਉਹ ਮੈਨੂੰ ਦਰਸ਼ਨ ਵੀ ਨਹੀਂ ਕਰਨ ਦਿੰਦੇ, ਗੁਰੂ ਜੀ ਪਾਸ ਜਾਣ ਵੀ ਨਹੀਂ ਦਿੰਦੇ, ਨਾਮ ਸਿਮਰਨ ਵੀ ਨਹੀਂ ਕਰਨ ਦਿੰਦੇ। ਫਿਰ ਮਨ ਸੋਚਦਾ ਹੈ ਕਿ ਗੁਰੂ ਮਾਤਾ ਆਖੇਗੀ ਕਿ ਇੰਨੇ ਵਰ੍ਹੇ ਬਾਅਦ ਤੈਨੂੰ ਚੇਤਾ ਆਇਆ ਸਾਨੂੰ ਮਿਲਣ ਦਾ। ਛੋਟੇ ਵੀਰ ਆਖਣਗੇ, ਤੈਨੂੰ ਯਾਦ ਨਹੀਂ ਆਈ ਸਾਡੀ, ਤੂੰ ਇੰਨੇ ਚਿਰ ਬਾਅਦ ਆਈ ਹਾਂ। ਫਿਰ ਸੋਚਦੀ ਹੈ, ਮੈਂ ਕੀ ਕਰਾਂ, ਕੀ ਆਖਾਂ। ਹਾਏ ਰੱਬਾ, ਮੈਨੂੰ ਕੋਈ ਗੁਰਮੁਖ ਬੋੜੇ ਜੋ ਇਸ ਘੁੰਮਣ ਬਾਣੀ ਵਿੱਚੋਂ ਕੱਢੇ। ਮੈਂ ਕੀ ਬੁਰਾ ਕੀਤਾ ਹੈ? ਮੈਨੂੰ ਚਾਚੇ ਨੇ ਧੋਖੇ ਨਾਲ ਗੁਰੂ ਦਰੋਹੀਆਂ ਦੇ ਘਰ ਵਿਆਹ ਦਿੱਤਾ। ਮੈਂ ਸਬਰ ਦਾ ਘੁੱਟ ਪੀ ਲਿਆ, ਗੁਰੂ ਦਰੋਹੀਆਂ ਦਾ ਖਾ ਲਿਆ, ਉਹਨਾਂ ਦੀ ਸੇਵਾ ਕਰ ਲਈ। 1 ਸਾਲ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਨਹੀਂ ਗਈ। ਹੁਣ ਜੇ ਵੀ ਨਾ ਗਈ ਤਾਂ ਮੂਲੋਂ ਟੁੱਟ ਜਾਵਾਂਗੀ, ਨਰਕਾਂ ਦੀ ਤਿਆਰੀ ਕਰ ਲਵਾਂਗੀ। ਬੀਬੀ ਨੇ ਨਦੀ ਤਾਂ ਤਰ ਲਈ, ਪਰ ਹੁਣ ਮਨ ਤਰੰਗਾਂ ਵਿੱਚ ਰੁੜ ਰਹੀ ਹੈ। ਦਿਲ ਨੂੰ ਝੰਜਟ ਐਸੀ ਹੈ ਕਿ ਕਦਮ ਅੱਗੇ ਉੱਠਦਾ ਹੈ ਨਾ ਪਿੱਛੇ। ਪਿੱਛੇ ਰੱਖਦੀ ਹੈ ਤਾਂ ਗੁਰੂ ਦੀ ਬੇਮੁਖ ਹੁੰਦੀ ਹੈ, ਪੈਰ ਅੱਗੇ ਰੱਖਦੀ ਹੈ ਤਾਂ ਡਰਦੀ ਹੈ ਕਿ ਪਵਿੱਤਰਤਾ ਆਗਿਆ ਭੰਗ ਨਾ ਹੋ ਜਾਵੇ। ਇਹ ਦੋਸ਼ ਨਾ ਲੱਗ ਜਾਵੇ ਕਿ ਪਤੀ ਦੇ ਕਹੇ ਬਿਨਾਂ ਆਗਿਆ ਦੇ ਆ ਗਈ ਹੈ। ਮਨ ਦਿਮਾਗ ਇਹਨਾਂ ਘੁੰਮਣ ਘੇਰੀਆਂ ਵਿੱਚ ਹੀ ਵੜਿਆ ਹੋਇਆ ਹੈ। ਹਵਾ ਸੀਤ ਵਗ ਰਹੀ ਹੈ, ਦਿਮਾਗ ਸਰੀਰ ਸੁੰਨ ਹੋਣ ਵਾਲੀ ਹੈ। ਦਿਲ ਮੱਧਮ ਹੋ ਰਿਹਾ ਹੈ, ਧੜਕਸਾਰ ਦਾ ਪੈਂਡਾ ਆ ਗਿਆ ਹੈ। ਕੱਪੜੇ ਥੋੜ੍ਹੇ ਹਨ, ਨਦੀ ਤੇ ਠੰਡੇ ਪਾਣੀ ਦੀ ਮਾਰ ਵੀ ਖਾਧੀ ਹੈ। ਭਾਵ ਵੀ ਚੱਲੇ ਹਨ, ਢਿੱਡ ਭੁੱਖਾ ਹੈ। ਦਿਲ ਦੀਆਂ ਹਰਕਤਾਂ ਕਿੰਨਾ ਕੁ ਚੱਲੇ। ਜਿਸ ਸਿੱਲ ਤੇ ਕਦਮ ਰੱਖੇ ਸੀ ਉੱਥੇ ਹੀ ਬੈਠੀ ਹੈ, ਨਾ ਅੱਗੇ ਗਈ ਹੈ ਨਾ ਪਿੱਛੇ ਗਈ ਹੈ। ਸੂਰਜ ਚੜ੍ਹ ਗਿਆ ਹੈ, ਪਰ ਹਜੇ ਉਸ ਸਿੱਲ ਤੇ ਛਾਂ ਹੈ। ਬਦਨ ਆਕੜ ਰਿਹਾ ਹੈ, ਠੰਡ ਸਰੀਰ ਨੂੰ ਸੀਤ ਕਰ ਰਹੀ ਹੈ। ਹਾਲਤ ਖਰਾਬ ਹੋ ਰਹੀ ਹੈ। ਸਰੀਰ ਨੀਮ ਬੇਹੋਸ਼ੀ ਵਿੱਚ ਜਾਣ ਲੱਗਾ ਤੇ ਬੇਹੋਸ਼ੀ ਵਿੱਚ ਕੀ ਦੇਖਦੀ ਹੈ ਕਿ ਉਸ ਦੇ ਪਿਤਾ ਜੀ ਗੁਰੂ ਦਰਬਾਰੇ ਜਾ ਰਹੇ ਹਨ। ਉਹਨਾਂ ਦੇ ਮਗਰ ਦੌੜਦੀ ਹੈ ਕਿ ਪਿਤਾ ਜੀ, ਮੇਰੀ ਵੀ ਉਂਗਲੀ ਫੜ ਲਵੋ, ਮੈਨੂੰ ਵੀ ਨਾਲ ਲੈ ਚੱਲੋ। ਜਿਉਂ ਉੱਠ ਕੇ ਦੌੜੀ, ਸਰੀਰ ਕੰਬਿਆ, ਜਾ ਕੇ ਨਦੀ ਦੇ ਵਿੱਚ ਡਿੱਗ ਪਈ। ਪਹਿਲਾਂ ਹੀ ਨਦੀ ਦੀ ਤਾਬ ਚੱਲ ਆਈ ਸੀ, ਸਰੀਰ ਪਹਿਲਾਂ ਹੀ ਬਰਫ਼ ਬਣਿਆ ਸੀ। ਦੁਬਾਰਾ ਫਿਰ ਜਦੋਂ ਨਦੀ ਦੇ ਵਿੱਚ ਡਿੱਗੀ ਤਾਂ ਨਦੀ ਦਾ ਬਹਾਓ ਇੰਨਾ ਜ਼ਿਆਦਾ ਸੀ ਕਿ ਉਸ ਲੋਥ ਨੂੰ ਲੈ ਕੇ ਨਦੀ ਅੱਗੇ ਜਾ ਤੁਰੀ। ਬਹਾਓ ਇੰਨਾ ਤੇਜ਼ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।
ਬੀਬੀ ਨਦੀ ਵਿੱਚ ਰੁੜੀ ਜਾਂਦੀ ਹੈ, ਪਰ ਸ੍ਰਿਸ਼ਟੀ ਦੀ ਰੱਖਿਆ ਵਾਹਿਗੁਰੂ ਆਪ ਕਰਦਾ ਹੈ। ਗੁਰੂ ਜੀ ਦਾ ਕੌਤਕ ਦੇਖੋ, ਜਿਸ ਤਰ੍ਹਾਂ ਜਾਣੀ ਜਾਣ ਗੁਰੂ ਨਦੀ ਦੇ ਕਿਨਾਰੇ ਘੋੜੇ 'ਤੇ ਸਵਾਰ ਹੋ ਕੇ ਆਪਣੇ ਵਿਰਧ ਬਾਣੇ ਦੀ ਲਾਜ ਰੱਖਣ ਲਈ ਤੁਰੇ ਆ ਰਹੇ ਹਨ। ਘੋੜੇ 'ਤੇ ਸਵਾਰ ਗੁਰੂ ਜੀ ਨਦੀ ਦੇ ਨਾਲ ਨਾਲ ਤੁਰ ਰਹੇ ਹਨ, ਨਦੀ ਦਾ ਨਜ਼ਾਰਾ ਦੇਖ ਰਹੇ ਹਨ। ਨੂਰੀ ਨਜ਼ਰਾਂ ਨਦੀ 'ਤੇ ਪੈਂਦੀਆਂ ਹਨ, ਤੱਕਦੀਆਂ ਹਨ। ਘੋੜੇ ਦੀਆਂ ਮਸ਼ਕਾਂ ਗੁਰੂ ਜੀ ਨਦੀ ਵੱਲ ਫੇਰ ਦਿੰਦੇ ਹਨ। ਇੱਕਦਮ ਘੋੜਾ ਨਦੀ ਵਿੱਚ ਜਾ ਵੜਿਆ। ਘੋੜਾ ਨਦੀ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਵੇੜੀ ਜਾ ਰਹੀ ਹੋਵੇ। ਇੱਕ ਚੱਕਰ ਦੇ ਲਾਗੇ ਜਾ ਕੇ ਉਸ ਸ਼ਾਂਤ ਰਸ ਦੇ ਮਾਲਕ, ਬੀਰ ਰਸ ਦੇ ਸੁਆਮੀ ਗੁਰੂ ਨੇ ਬਸ਼ਲਤਾ ਤੇ ਬਹਾਦਰੀ ਦਾ ਇੱਕ ਇਹੋ ਜਿਹਾ ਕੌਤਕ ਦਿਖਾਇਆ ਕਿ ਪਾਣੀ ਦੇ ਇਹੋ ਜਿਹੇ ਭਾਰੇ ਵੇਗ ਵਿੱਚ ਵੀ ਗੁਰੂ ਜੀ ਨੇ ਇੱਕ ਲੋਥ ਨੂੰ ਚੱਕ ਕੇ ਆਪਣੇ ਘੋੜੇ 'ਤੇ ਰੱਖ ਲਿਆ। ਸਾਰੇ ਦੇਖਣ ਵਾਲੇ ਹੈਰਾਨ ਰਹਿ ਗਏ। ਹਮ ਏਕ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਦੁਖੀਆਂ ਦੀ ਪੀੜਾ ਹਰ ਰਹੇ ਹਨ, ਰੁੜ ਗਿਆ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਬਚਾ ਰਹੇ ਹਨ। ਭਰਮ ਦੇ ਭੈ ਵਿੱਚ ਫਸਿਆਂ ਨੂੰ ਘੁੰਮਣ ਘੇਰ ਵਿੱਚੋਂ ਕੱਢ ਕੇ ਪਾਰ ਲਿਆ ਰਹੇ ਹਨ। ਇਸ ਤਰ੍ਹਾਂ ਗੁਰੂ ਜੀ ਨੇ ਇੱਕ ਵੇਗ ਵਿੱਚ ਹੀ ਉਸ ਮਾਸ ਦੀ ਲੋਥ ਨੂੰ ਆਪਣੇ ਘੋੜੇ 'ਤੇ ਸਵਾਰ ਕਰਕੇ ਪਾਣੀ ਨੂੰ ਚੀਰਦੇ ਹੋਇਆਂ ਪਾਣੀ ਵਿੱਚੋਂ ਬਾਹਰ ਆ ਗਏ।